ਹੈਲੋ ਪਿਆਰੇ ਬੱਚਿਓ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹਾਂ ਬੱਚਿਓ, ਤੁਹਾਡਾ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਮੈਨੂੰ ਪੂਰੀ ਆਸ ਹੈ ਕਿ ਤੁਸੀਂ ਆਪਣੀ ਜਗ੍ਹਾ 'ਤੇ ਬਿਲਕੁਲ ਠੀਕ ਠਾਕ ਹੋਵੋਗੇ। ਆਪਣੇ ਘਰ ਬੈਠ ਕੇ ਅੱਛੀ ਤਰ੍ਹਾਂ ਸਕੂਲ ਦਾ ਕੰਮ ਕਰ ਰਹੇ ਹੋਵੋਗੇ। ਬੱਚਿਓ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਦੁਹਰਾਈ ਕਰ ਰਹੇ ਹਾਂ, ਔਰ ਇਸ ਦੁਹਰਾਈ ਦੇ ਦੌਰਾਨ ਆਪਾਂ ਸਾਰੇ ਜਿੰਨੇ ਵੀ ਸਾਡੇ ਸਬਜੈਕਟ ਨੇ, ਚਾਹੇ ਉਹ ਪੰਜਾਬੀ ਹੈ, ਅੰਗਰੇਜ਼ੀ ਹੈ, ਗਣਿਤ ਹੈ, ਜਾਂ ਵਾਤਾਵਰਨ ਸਿੱਖਿਆ ਹੈ, ਜਾਂ ਹਿੰਦੀ ਹੈ, ਆਪਾਂ ਉਹਨਾਂ ਦੀ ਦੁਹਰਾਈ ਕਰ ਰਹੇ ਹਾਂ। ਸੋ ਆਪਾਂ ਇਹ 5-7 ਦਿਨ ਦੁਹਰਾਈ ਕਰਨੀ ਹੈ। ਜੋ ਪਿੱਛੇ ਆਪਾਂ ਕੀਤਾ ਹੈ ਉਸੇ ਤਹਿਤ ਆਪਾਂ ਪੰਜਾਬੀ ਦੀ ਵੀ ਦੁਹਰਾਈ ਕਰ ਰਹੇ ਹਾਂ। ਸੋ ਆਪਾਂ ਅੱਜ ਪੰਜਾਬੀ ਦੇ ਪਾਠ 1 ਅਤੇ 2 ਦੇ ਅਭਿਆਸੀ ਪ੍ਰਸ਼ਨ ਉੱਤਰ ਅਤੇ ਜਿੰਨੀ ਵੀ ਅਭਿਆਸ ਹੈ ਪਿੱਛੇ, ਉਹਨਾਂ ਸਾਰਿਆਂ ਦੀ ਅਭਿਆਸ ਆਪਾਂ ਅੱਜ ਕਰਾਂਗੇ, ਪਾਠ ਨੰਬਰ 1 ਅਤੇ 2 ਦੀ। ਪਿਆਰੇ ਬੱਚਿਓ, ਜਦੋਂ ਤੁਸੀਂ ਇਹ ਵੀਡੀਓ ਔਨ ਕਰਦੇ ਹੋ ਅਤੇ ਇੱਕ YouTube 'ਤੇ ਚੈਨਲ ਖੁੱਲ੍ਹਦਾ ਹੈ, ਜੋ ਮੇਰਾ ਚੈਨਲ ਹੈ, ਜਿਸ ਉੱਤੇ ਮੈਂ ਤੁਹਾਡੇ ਵਾਸਤੇ ਵੀਡੀਓ ਸਾਰੀਆਂ ਤਿਆਰ ਕਰਕੇ ਤੁਹਾਨੂੰ ਦਿਖਾਉਣਾ। ਤੁਸੀਂ ਉਸ ਨੂੰ ਸਬਸਕ੍ਰਾਈਬ ਦਾ ਬਟਨ ਦਬਾ ਕੇ ਦੱਬ ਲਿਓ, ਫਿਰ ਤੁਹਾਨੂੰ ਮੇਰੀ ਵੀਡੀਓ ਲੱਭਣ ਦੀ ਲੋੜ ਨਹੀਂ। ਜਦੋਂ ਵੀ ਤੁਸੀਂ YouTube ਖੋਲ੍ਹੋਗੇ, ਆਪਣੇ ਆਪ ਹੀ ਤੁਹਾਨੂੰ ਵੀਡੀਓ ਜਿਹੜੀ ਆ ਉੱਪਰ ਨਜ਼ਰ ਆ ਜਾਇਆ ਕਰੇਗੀ, ਜਿਸ ਨਾਲ ਇਹ ਹੋਏਗਾ ਕਿ ਕੋਈ ਵੀ ਵੀਡੀਓ ਅਗਰ ਤੁਹਾਡੇ ਕੋਲੋਂ ਛੁੱਟ ਗਈ ਹੈ, ਤੁਸੀਂ ਉਹ ਨਹੀਂ ਵੇਖ ਸਕੇ, ਜਾਂ ਤੁਸੀਂ ਕਿਤੇ ਬਾਹਰ ਸੋ, ਕਿਤੇ ਵਾਂਢੇ ਗਏ ਸੀ, ਜਾਂ ਕਿਤੇ ਹੋਰ ਕਾਰਨ ਕੋਈ ਬਣ ਜਾਂਦਾ ਹੈ ਕਿ ਤੁਸੀਂ ਉਹ ਵੀਡੀਓ ਨਹੀਂ ਦੇਖ ਪਾਉਂਦੇ, ਤਾਂ ਤੁਹਾਨੂੰ ਉਹ ਵੀਡੀਓ ਨਜ਼ਰ ਆ ਜਾਏਗੀ ਅਤੇ ਤੁਸੀਂ ਉਹ ਵੀਡੀਓ ਦੇਖ ਪਾਓਗੇ। ਠੀਕ ਹੈ। ਸੋ ਚਲੋ ਬੱਚਿਓ, ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ। ਇਸ ਟੌਪਿਕ ਦੇ ਵਿੱਚ ਜਿਹੜਾ ਹੈ ਉਹ ਲੈਸਨ ਨੰਬਰ 1 ਤੋਂ ਆਪਾਂ ਸ਼ੁਰੂ ਕਰਾਂਗੇ। ਪਾਠ ਨੰਬਰ 1 ਜਿਹੜਾ ਹੈ ਉਹ ਸਾਡਾ ਪ੍ਰਾਰਥਨਾ ਹੈ। ਪ੍ਰਾਰਥਨਾ ਕਵਿਤਾ ਸਾਰਿਆਂ ਨੇ ਪੜ੍ਹੀ ਹੈ। ਇਸ ਕਵਿਤਾ ਦੇ ਵਿੱਚ ਜਿਹੜਾ ਹੈ, ਸਿਰਜਣਹਾਰੇ ਸਭ ਦੇ ਪਿਆਰੇ ਦੇ ਸਾਨੂੰ ਇਹ ਦਾਨ, ਪੜ੍ਹੀਏ ਲਿਖੀਏ ਅੱਗੇ ਵਧੀਏ ਕਰੀਏ ਕੰਮ ਮਹਾਨ। ਇਹ ਕਵਿਤਾ ਆਪਾਂ ਪੜ੍ਹੀ ਸੀ, ਪੜ੍ਹ ਤੋਂ ਬਾਅਦ ਮੈਂ ਤੁਹਾਨੂੰ ਪਾਈ ਵੀ ਸੀ, ਤੁਸੀਂ ਸਾਰੇ ਪ੍ਰਸ਼ਨ ਉੱਤਰ ਦੇ ਕੀਤੇ ਸੀ, ਸਾਰੀ ਅਭਿਆਸ ਕੀਤੀ ਸੀ। ਸੋ ਅੱਜ ਆਪਾਂ ਇਹਦੀ ਦੁਹਰਾਈ ਕਰਾਂਗੇ। ਜਿਨ੍ਹਾਂ ਬੱਚਿਆਂ ਨੇ ਕਿਸੇ ਕਾਰਨ ਵਰਸ਼ ਕਾਪੀ ਇੱਧਰ ਉੱਧਰ ਹੋ ਗਈ ਹੈ, ਨਹੀਂ ਲਿਖਿਆ ਹੋਇਆ, ਜਾਂ ਗੁੰਮ ਗਈ ਹੈ, ਜਾਂ ਇਸ ਤਰ੍ਹਾਂ ਦੀ ਕੋਈ ਗੱਲ ਬਣ ਜਾਂਦੀ ਹੈ ਕਿ ਲਿਖਿਆ ਹੋਇਆ ਕੰਮ ਕਿਤੇ ਲੱਭਦਾ ਨਹੀਂ, ਸੋ ਉਹਦੇ ਵਾਸਤੇ ਦੁਹਰਾਈ ਜਿਹੜੀ ਹੈ ਕਰਾਈ ਜਾਂਦੀ ਹੈ। ਅਤੇ ਦੂਸਰੀ ਗੱਲ ਇਹ ਵੀ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਜਾਵੇ, ਲੈਸਨ ਨਾਲ ਚੰਗੀ ਤਰ੍ਹਾਂ ਤੁਹਾਡੀ ਜਾਣ ਪਹਿਚਾਣ ਹੋਈ ਰਹੇ, ਕਵਿਤਾ ਨਾਲ ਜਾਣ ਪਹਿਚਾਣ ਹੋਈ ਰਹੇ, ਇਸ ਵਾਸਤੇ ਵੀ ਦੁਹਰਾਈ ਕਰਾਈ ਜਾਂਦੀ ਹੈ। ਤੁਹਾਡਾ ਕੰਮ ਪਿੱਛੇ ਨਾ ਪਵੇ। ਤੁਸੀਂ ਇਸ ਵਿੱਦਿਆ ਦੇ ਜੋ ਸਾਡਾ ਆਸੇ ਪਾਸੇ ਦਾ ਮਾਹੌਲ ਬਣਿਆ ਹੈ ਤੁਸੀਂ ਜਾਣਦੇ ਹੋ, ਤੁਸੀਂ ਜੁੜੇ ਰਹੋ। ਇਸ ਕਰਕੇ ਵੀ ਮੈਂ ਇਹਨਾਂ ਵੀਡੀਓ ਦੇ ਮਾਧਿਅਮ ਦੇ ਨਾਲ ਹੀ ਤੁਹਾਡੇ ਨਾਲ ਜੁੜਿਆ ਹੋਇਆ ਵਾਂ। ਸੋ ਅਧਿਆਪਕ ਜਿਹੜੇ ਨੇ, ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਨੇ, ਭਾਵੇਂ ਉਹ ਕਲਾਸ ਦੇ ਹੋਣ ਭਾਵੇਂ ਸਕੂਲ ਦੇ ਹੋਣ, ਜਿੱਥੇ ਵੀ ਬੱਚੇ ਉਸ ਨੂੰ ਨਜ਼ਰ ਆਉਂਦੇ ਨੇ, ਉਹਨਾਂ ਬੱਚਿਆਂ ਦੇ ਕੋਲ ਜਾਣਾ ਚਾਹੁੰਦਾ ਹੈ। ਮਜਬੂਰੀ ਇਹ ਹੈ ਕਿ ਅਸੀਂ ਜਾ ਨਹੀਂ ਸਕਦੇ, ਪਰ ਆਪਾਂ ਦੂਰ ਬੈਠ ਕੇ ਵੀ ਇਸ ਤਰ੍ਹਾਂ ਪੜ੍ਹ ਸਕਦੇ ਹਾਂ ਅਤੇ ਪੜ੍ਹ ਵੀ ਰਹੇ ਹਾਂ। ਸੋ ਇਹ ਵੀਡੀਓ ਇਸੇ ਕੰਮ ਵਾਸਤੇ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਸਾਡੇ ਅਧਿਆਪਕਾਂ ਦੇ ਦੁਆਰਾ, ਅਤੇ ਤੁਹਾਡੇ ਤੱਕ ਪੁੱਜਦਾ ਕੀਤੀਆਂ ਜਾ ਰਹੀਆਂ ਨੇ। ਸੋ ਜਲਦੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕਵਿਤਾ ਜਿਹੜੀ ਹੈ, ਜਿਹਦੀ ਮੈਂ ਹੁਣੇ ਗੱਲ ਕੀਤੀ ਹੈ, ਪ੍ਰਾਰਥਨਾ, ਉਹਦੇ ਸਭ ਤੋਂ ਪਹਿਲਾਂ ਤੁਸੀਂ ਪੇਜ ਨੰਬਰ 2 'ਤੇ ਜਾਓਗੇ ਅਤੇ ਪੜ੍ਹੋ ਅਤੇ ਸਮਝੋ ਵਾਲਾ ਤੁਸੀਂ ਜਿਹੜਾ ਥੱਲੇ ਪੋਰਸ਼ਨ ਹੈ ਉਹਦੇ 'ਚ ਦੇਖੋਗੇ। ਉਹਦੇ 'ਚ ਪੜ੍ਹੋ ਅਤੇ ਸਮਝੋ। ਇਹਦੇ ਵਿੱਚ ਦੱਸਿਆ ਗਿਆ ਹੈ ਕਿ ਜਿੰਨੇ ਵੀ ਔਖੇ ਸ਼ਬਦ ਨੇ, ਜਿਸ ਤਰ੍ਹਾਂ ਸਿਰਜਣਹਾਰੇ, ਮਾਨਵਤਾ, ਨਿਸ਼ਕਾਮ, ਭਰੋਸਾ, ਦੂਣ ਸਵਾਇਆ, ਹਉਮੈ, ਮੇਰ ਤੇਰ, ਖੁਸ਼ਬੋਈ ਅਤੇ ਕਦਰ, ਇਹ ਸਾਰੇ ਜਿਹੜੇ ਆ ਸ਼ਬਦ ਆ, ਇਹਨਾਂ ਦੇ ਅਰਥ ਅੱਗੇ ਜਿਹੜੇ ਆ ਉਹ ਲਿਖੇ ਹੋਏ ਆ। ਇਹ ਤੁਸੀਂ ਯਾਦ ਕਰਨੇ ਆ, ਇਹ ਕੋਈ ਸਮਝਾਉਣ ਵਾਲੀ ਗੱਲ ਨਹੀਂ। ਸੋ ਇਸ ਤੋਂ ਅੱਗੇ ਜਿਹੜਾ 2 ਨੰਬਰ ਪ੍ਰਸ਼ਨ ਹੈ, ਪੇਜ ਨੰਬਰ 3 'ਤੇ ਸਭ ਤੋਂ ਉੱਪਰ, ਉਹਦੇ ਵਿੱਚ 17 ਪੂਰੀਆਂ ਕਰਨੀਆਂ ਨੇ। ਉਹ 17 ਆਪਾਂ ਫਿਰ ਤੋਂ ਦੁਬਾਰਾ ਪੂਰੀਆਂ ਕਰਾਂਗੇ। ਅਗਰ ਤੁਸੀਂ ਦੁਬਾਰਾ ਲਿਖਣਾ ਚਾਹੁੰਦੇ ਹੋ ਤਾਂ ਲਿਖ ਸਕਦੇ ਹੋ, ਪ੍ਰੈਕਟਿਸ ਵਾਸਤੇ, ਅਭਿਆਸ ਵਾਸਤੇ ਲਿਖਣਾ ਚਾਹੁੰਦੇ ਹੋ ਤਾਂ ਵੀ ਲਿਖ ਸਕਦੇ ਹੋ। ਠੀਕ ਹੈ। ਸਿਰਜਣਹਾਰੇ ਸਭ ਦੇ ਪਿਆਰੇ ਦੇ ਸਾਨੂੰ ਇਹ ਦਾਨ, ਅੱਗੇ ਜਿਹੜੀ ਤੁਕ ਖਾਲੀ ਸਥਾਨ 'ਤੇ ਕੀ ਆਏਗੀ, ਪੜ੍ਹੀਏ ਲਿਖੀਏ ਅੱਗੇ ਵਧੀਏ ਕਰੀਏ ਕੰਮ ਮਹਾਨ। ਠੀਕ ਹੈ। ਹੁਣ ਐੜਾ 'ਤੇ ਆ ਜਾਓ। ਤੂੰ ਦਾਤਾ ਹੈ ਸਭ ਦਾ ਮਾਲਕ, ਸਭ ਨੂੰ ਦੇਈ ਭਰੋਸਾ, ਇਹ ਖਾਲੀ ਸਥਾਨ 'ਤੇ ਕੀ ਆਏਗਾ, ਸਭ ਹੀ ਪਿਆਰਨ ਇੱਕ ਦੂਜੇ ਨੂੰ ਮਨ ਵਿੱਚ ਰਹੇ ਨਾ ਰੋਸਾ। ਇਸ ਤੋਂ ਥੱਲੇ 3 ਨੰਬਰ ਪ੍ਰਸ਼ਨ ਦੇਖੋ ਬੱਚਿਓ। ਇਹਦੇ ਵਿੱਚ ਕੀ ਹੈ ਕਿ ਇੱਕੋ ਜਿਹੇ ਤੁਕਾਂਤ ਵਾਲੇ ਸ਼ਬਦ ਆਪਾਂ ਲਿਖਣੇ ਨੇ। ਤੁਕਾਂਤ ਕੀ ਹੁੰਦੀ ਹੈ ਕਿ ਇਹਦੇ ਵਿੱਚ ਸਾਡੀ ਜ਼ੁਬਾਨ ਤੋਂ ਤੁਕਬੰਦੀ ਇੱਕੋ ਜਿਹੀ ਨਿਕਲੇ। ਜਿਸ ਤਰ੍ਹਾਂ ਦਾਨ ਦਾ
ਜਿਹੜਾ ਤੁਕਾਂਤ ਸ਼ਬਦ ਜਿਹੜੇ ਕਿਹੜੇ ਬਣਨਗੇ, ਤੁਕਬੰਦੀ ਲੈ ਇੱਕੋ ਜਿਹੀ ਹੋਵੇ ਉਹ ਕਿਹੜੇ ਬਣਨਗੇ, ਦਾਨ, ਸ਼ਾਨ, ਪਾਨ, ਖਾਨ, ਜਾਨ। ਠੀਕ ਹੈ, ਇਹ ਸ਼ਬਦ ਬਣਨਗੇ, ਤੁਸੀਂ ਲਿਖ ਸਕਦੇ ਹੋ ਜਿਹੜੇ ਮੈਂ ਹੁਣੇ ਬੋਲੇ ਆ। ਇਸ ਤੋਂ ਅੱਗੇ ਹੈ ਨਿਸ਼ਕਾਮ। ਨਿਸ਼ਕਾਮ ਦਾ ਆ ਜਾਏਗਾ ਵਿਸ਼ਰਾਮ, ਆਰਾਮ, ਹਰਾਮ। ਠੀਕ ਹੈ, ਇਹੋ ਜਿਹੇ ਸ਼ਬਦ ਆ ਜਾਣਗੇ, ਤੁਸੀਂ ਲਿਖ ਸਕਦੇ ਹੋ। ਅੱਗੇ ਹੈਗਾ ਆਈਏ। ਠੀਕ ਹੈ, ਆਈਏ ਦੇ ਵਿੱਚ ਕੀ ਆਪਾਂ ਲਿਖਾਂਗੇ, ਪਾਈਏ, ਲਾਈਏ, ਜਾਈਏ, ਖਾਈਏ, ਨਹਾਈਏ। ਠੀਕ ਹੈ, ਇਹ ਸ਼ਬਦ ਜਿਹੜੇ ਤੁਕਾਂਤ ਵਾਲੇ ਆ ਸਕਦੇ ਆ। ਤੁਸੀਂ ਆਪਣੇ ਕੋਲੋਂ ਵੀ ਹੋਰ ਸ਼ਬਦ ਲਿਖ ਸਕਦੇ ਹੋ, ਜ਼ਰੂਰੀ ਨਹੀਂ ਹੈ ਕਿ ਜੋ ਮੈਂ ਦੱਸੇ ਉਹੀ ਤੁਸੀਂ ਲਿਖਣੇ ਹੈ। ਅਗਰ ਤੁਹਾਡੇ ਕੋਲ ਹੋਰ ਸ਼ਬਦ ਨੇ ਇਸ ਤਰ੍ਹਾਂ ਦੇ ਤੁਕਾਂਤਾਂ ਵਾਲੇ, ਤੁਸੀਂ ਉਹ ਵੀ ਲਿਖ ਸਕਦੇ ਹੋ, ਤੇ ਮੈਨੂੰ ਫੋਟੋ ਭੇਜ ਕੇ ਇਹਦੀ ਸਨੈਪਸ਼ਾਟ ਕਰਕੇ ਭੇਜ ਕੇ ਮੈਨੂੰ ਚੈੱਕ ਕਰਾ ਸਕਦੇ ਹੋ। ਇਸ ਤੋਂ ਅੱਗੇ ਸ਼ਬਦ ਹੈ ਕੋਈ। ਕੋਈ ਦਾ ਹੋਰ ਕੀ ਤੁਕਾਂਤ ਸ਼ਬਦ ਬਣਨਗੇ, ਲੋਈ, ਢੋਈ, ਹੋਈ, ਮੋਈ, ਚੋਈ। ਠੀਕ ਹੈ, ਇਹ ਸ਼ਬਦ ਜਿਹੜੇ ਆ ਤੁਕਾਂਤ ਸ਼ਬਦ ਬਣ ਜਾਣਗੇ। ਇਸ ਤੋਂ ਅੱਗੇ ਪ੍ਰਸ਼ਨ ਨੰਬਰ 4 ਹੈ ਬੱਚਿਓ। ਪ੍ਰਸ਼ਨ ਨੰਬਰ 4 ਵੀ ਆਪਾਂ ਕੀਤਾ ਸੀ ਕਿ ਵਾਕਾਂ ਵਿੱਚ ਵਰਤਣੇ ਆ। ਬਹੁਤ ਸਾਰੇ ਬੱਚਿਆਂ ਨੇ ਮੈਨੂੰ ਵਾਕ ਸੋਹਣੇ ਸੋਹਣੇ ਲਿਖ ਕੇ ਦਿਖਾਏ ਵੀ ਸੀ, ਬਹੁਤ ਸੋਹਣਾ ਤੇ ਚੰਗਾ ਕੰਮ ਕੀਤਾ ਸੀ ਮੇਰੇ ਬੱਚਿਆਂ ਨੇ। ਅੱਜ ਫਿਰ ਆਪਾਂ ਦੁਬਾਰਾ ਇਹਨਾਂ ਸ਼ਬਦਾਂ ਨੂੰ ਵਾਕਾਂ ਵਿੱਚ ਵਰਤਾਂਗੇ। ਪਹਿਲਾ ਸ਼ਬਦ ਹੈ ਦਾਨ। ਸੋ ਦਾਨ ਦਾ ਆਪਾਂ ਵਾਕ ਬਣਾਵਾਂਗੇ ਕਿ ਵਿਦਿਆ ਦਾ ਦਾਨ ਸਭ ਤੋਂ ਮਹਾਨ ਹੈ। ਤੁਸੀਂ ਹੋਰ ਵੀ ਕੋਈ ਸ਼ਬਦ ਬਣਾ ਸਕਦੇ ਹੋ। ਮੈਂ ਜਿਹੜਾ ਸ਼ਬਦ ਤੁਹਾਨੂੰ ਦੱਸ ਰਿਹਾ ਉਸ ਤੋਂ ਵਾਕ ਜਿਹੜਾ ਦੱਸ ਰਿਹਾ ਉਹ ਤੁਸੀਂ ਨੋਟ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਆਪਣੇ ਕੋਲੋਂ ਵੀ ਬਣਾ ਸਕਦੇ ਹੋ। ਮੈਂ ਦੱਸਿਆ ਤੁਹਾਨੂੰ, ਮੈਂ ਦੁਬਾਰਾ ਬੋਲ ਰਿਹਾ, ਵਿਦਿਆ ਦਾ ਦਾਨ ਬਹੁਤ ਮਹਾਨ ਹੈ। ਠੀਕ ਹੈ, ਅੱਗੇ ਹੈ ਮਹਾਨ ਸ਼ਬਦ। ਆਪਾਂ ਮਹਾਨ ਉੱਪਰ ਵੀ ਵਰਤ ਲਿਆ, ਪਰ ਇੱਥੇ ਆਪਾਂ ਕੁਛ ਹੋਰ ਜਿਹੜਾ ਹੈ ਵਾਕ ਉਹ ਬਣਾਵਾਂਗੇ। ਇੱਥੇ ਆਪਾਂ ਬਣਾ ਸਕਦੇ ਹਾਂ, ਸਰਦਾਰ ਭਗਤ ਸਿੰਘ ਮਹਾਨ ਦੇਸ਼ ਭਗਤ ਸਨ। ਸਰਦਾਰ ਭਗਤ ਸਿੰਘ ਮਹਾਨ ਦੇਸ਼ ਭਗਤ ਸਨ। ਉਸ ਤੋਂ ਅੱਗੇ ਪੇਜ ਨੰਬਰ 4 ਤੇ ਆ ਜਾਓ। ਪੇਜ ਨੰਬਰ 4 ਦੇ ਉੱਪਰ ਆਪਾਂ ਈੜੀ ਜਿਹੜਾ ਸ਼ਬਦ ਹੈ ਉਹ ਦੇਖਾਂਗੇ, ਉਹ ਹੈ ਸੇਵਾ। ਇੱਥੇ ਆਪਾਂ ਲਿਖ ਸਕਦੇ ਹਾਂ ਕਿ ਸਾਨੂੰ ਵੱਡਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਸਾਨੂੰ ਵੱਡਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਤੋਂ ਅੱਗੇ ਸੱਸਾ ਵੇਖੋ ਸ਼ਬਦ ਆਰਾਮ। ਮੇਰੇ ਪਿਤਾ ਜੀ ਆਰਾਮ ਕਰ ਰਹੇ ਹਨ। ਮੇਰੇ ਪਿਤਾ ਜੀ ਆਰਾਮ ਕਰ ਰਹੇ ਹਨ। ਹਾਹਾ ਸ਼ਬਦ ਦੇਖੋ ਕਦਰ। ਸਾਰਿਆਂ ਨੂੰ ਸਮੇਂ ਦੀ ਕਦਰ ਹੋਣੀ ਜ਼ਰੂਰੀ ਹੁੰਦੀ ਹੈ। ਫਿਰ ਬੋਲ ਰਿਹਾ, ਸਾਰਿਆਂ ਨੂੰ ਸਮੇਂ ਦੀ ਕਦਰ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਤੋਂ ਅੱਗੇ ਕੱਕਾ ਸ਼ਬਦ ਹੈ ਅੰਨ। ਕਿਸਾਨ ਸਾਡੇ ਲਈ ਅੰਨ ਪੈਦਾ ਕਰਦਾ ਹੈ। ਕਿਸਾਨ ਸਾਡੇ ਲਈ ਅੰਨ ਪੈਦਾ ਕਰਦਾ ਹੈ। ਇਸ ਤੋਂ ਪੰਜਵਾਂ ਜਿਹੜਾ ਪ੍ਰਸ਼ਨ ਹੈ ਉਹਦੇ ਵਿੱਚ ਦੇਖੋ ਸੁੰਦਰ ਕਰਕੇ ਲਿਖੋ ਲਿਖਿਆ ਹੈ। ਇਹ ਤੁਸੀਂ ਖੁਦ ਸੁੰਦਰ ਕਰਕੇ ਆਪਣੇ 4 ਨੰਬਰ ਪੇਜ ਦੇ ਉੱਤੇ ਸੋਹਣੀ ਸੋਹਣੀ ਲਿਖਾਈ ਦੇ ਵਿੱਚ ਤੁਸੀਂ ਲਿਖਣਾ ਹੈ। ਤੂੰ ਦਾਤਾ ਹੈ ਸਭ ਦਾ ਮਾਲਕ, ਸਭ ਨੂੰ ਦੇਈ ਭਰੋਸਾ, ਸਭ ਹੀ ਪਿਆਰਨ ਇੱਕ ਦੂਜੇ ਨੂੰ, ਮਨ ਵਿੱਚ ਰਹੇ ਨਾ ਰੋਸਾ। ਇਹ ਤੁਸੀਂ ਜਿਹੜਾ ਹੈ ਆਪਣੇ ਕੋਲੋਂ ਸੁੰਦਰ ਲਿਖਾਈ ਦੇ ਵਿੱਚ ਪੇਜ ਨੰਬਰ 4 ਤੇ ਪੰਜਾਬੀ ਦੀ ਪਾਠ ਪੁਸਤਕ ਦੇ ਉੱਪਰ ਲਿਖ ਸਕਦੇ ਹੋ। ਇਹ ਤੁਹਾਨੂੰ ਕਾਪੀ ਤੇ ਲਿਖਣ ਦੀ ਜ਼ਰੂਰਤ ਨਹੀਂ। ਬਾਕੀ ਜਿਹੜੀ ਅਭਿਆਸ ਹੈ ਤੁਸੀਂ ਕਾਪੀ ਤੇ ਲਿਖ ਸਕਦੇ ਹੋ ਸੋਹਣੀ ਸੋਹਣੀ ਕਰਕੇ। ਹੁਣ ਆਪਾਂ ਬੱਚਿਓ ਪਾਠ ਨੰਬਰ 2 ਤੇ ਚੱਲਦੇ ਹਾਂ। ਉਸ ਦੀ ਜਿੰਨੀ ਵੀ ਅਭਿਆਸ ਸੀ ਆਪਾਂ ਉਹਦੀ ਦੁਹਰਾਈ ਕਰਾਂਗੇ। ਪਾਠ ਨੰਬਰ 2 ਦਾ ਨਾਮ ਹੈ ਨਿੱਕੀ ਜਿੰਦ ਵੱਡੀ ਸੋਚ। ਇਹ ਸਾਰਾ ਪਾਠ ਆਪਾਂ ਪੜ੍ਹਿਆ ਸੀ। ਇਹ ਚੰਗੀ ਤਰ੍ਹਾਂ ਤੁਹਾਨੂੰ ਪਾਠ ਬਾਰੇ ਜਾਣਕਾਰੀ ਹੈ। ਅਗਰ ਜਾਣਕਾਰੀ ਨਹੀਂ ਤਾਂ ਪਹਿਲਾਂ ਪਾਠ ਤੁਸੀਂ ਪੜ੍ਹ ਲਿਓ, ਕਿਉਂਕਿ ਅਗਰ ਮੈਂ ਪਾਠ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗਾ ਤਾਂ ਕਾਫੀ ਵੀਡੀਓ ਲੰਬੀ ਹੋ ਜਾਣੀ ਹੈ। ਤੁਸੀਂ ਕੰਮ ਵੀ ਕਰਨਾ ਹੈ, ਇਸ ਕਰਕੇ ਤੁਸੀਂ ਪਹਿਲਾਂ ਇਹ ਪਾਠ ਜਿਹੜਾ ਹੈ ਸਾਰਾ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ। ਪੜ੍ਹ ਲੈਣ ਤੋਂ ਬਾਅਦ ਜਿਹੜੇ ਪਿਛਲੀ ਅਭਿਆਸੀ
ਪ੍ਰਸ਼ਨ ਉੱਤਰ ਜਾਂ ਖਾਲੀ ਥਾਵਾਂ ਜਿੰਨੇ ਵੀ ਅਭਿਆਸ ਹੈ ਉਸ ਨੂੰ ਆਪਾਂ ਕਰਾਂਗੇ। ਠੀਕ ਹੈ, ਤੁਸੀਂ ਪਹਿਲੋਂ ਇਹਨੂੰ ਵੀਡੀਓ ਨੂੰ ਪੌਜ਼ ਕਰਕੇ ਪਾਠ ਪੜ੍ਹ ਸਕਦੇ ਹੋ। ਅਗਰ ਤੁਸੀਂ ਪਾਠ ਪੜ੍ਹਿਆ ਤਾਂ ਆਪਾਂ ਪ੍ਰਸ਼ਨ ਉੱਤਰਾਂ ਵੱਲ ਚੱਲਦੇ ਹਾਂ, ਪਿਛਲੀ ਅਭਿਆਸ ਵੱਲ ਚੱਲਦੇ ਹਾਂ। ਸੋ ਬੱਚਿਓ, ਪੇਜ ਨੰਬਰ 8 'ਤੇ ਆਪਾਂ ਪਹੁੰਚ ਗਏ ਹਾਂ। ਪੇਜ ਨੰਬਰ 8 ਕੱਢ ਲਓ, ਉਸ 'ਤੇ ਆਪਾਂ ਜਿਹੜਾ ਹੈ ਅਭਿਆਸ ਸੀ, ਜਿਹੜੇ ਜਿੰਨੇ ਵੀ ਸਾਡੇ ਪ੍ਰਸ਼ਨ ਨੇ, ਖਾਲੀ ਥਾਵਾਂ ਨੇ, ਉਹਨਾਂ ਦੀ ਆਪਾਂ ਦੁਹਰਾਈ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਪਾਠ 2 ਦੇ 8 ਨੰਬਰ ਪੇਜ ਦੇ ਉੱਤੇ ਸਭ ਤੋਂ ਪਹਿਲਾਂ ਹੈ ਪੜ੍ਹੋ ਅਤੇ ਸਮਝੋ। ਜਿਸ ਤਰ੍ਹਾਂ ਆਪਾਂ ਪਿਛਲੇ ਪਾਠ ਵਿੱਚ ਵੀ ਪੜ੍ਹੋ ਸਮਝੋ ਕਰਵਾਇਆ ਸੀ, ਉਸੇ ਤਰ੍ਹਾਂ ਇਸ ਨੂੰ ਸਮਝਣਾ ਹੈ। ਇੰਤਜ਼ਾਰ, ਧੁਨ, ਗੰਭੀਰ, ਤਰੰਗਾਂ ਅਤੇ ਮਗਨ, ਇਹਨਾਂ ਦਾ ਕੀ ਅਰਥ ਹੈ ਤੁਸੀਂ ਵੇਖ ਸਕਦੇ ਹੋ ਸਾਹਮਣੇ ਆਪਣੀ ਬੁੱਕ ਦੇ ਉੱਪਰ। ਇਸ ਦੀ ਅਭਿਆਸ ਕਰ ਸਕਦੇ ਹੋ, ਬੋਲ ਬੋਲ ਕੇ ਇਸ ਨੂੰ ਸਮਝ ਸਕਦੇ ਹੋ। ਇਸ ਤੋਂ 2 ਨੰਬਰ 'ਤੇ ਆਪਾਂ ਜਿਹੜਾ ਪ੍ਰਸ਼ਨ ਹੈ ਉਹ ਹੈ ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਹੁਣ ਥੱਲੇ ਸ਼ਬਦ ਦਿੱਤੇ ਹੋਏ ਆ ਪੇਜ ਦੇ ਅਖੀਰ ਵਿੱਚ, ਵੇਖੋ 8 ਨੰਬਰ ਪੇਜ ਦੇ। ਰੁੱਤ, ਪਾਣੀ, ਤਸਵੀਰਾਂ, ਕਾਵਾਂ ਅਤੇ ਤੇਜ਼ ਤੇਜ਼, ਇਹੋ ਸ਼ਬਦ ਜਿਹੜੇ ਨੇ ਬੱਚਿਓ ਆਪਾਂ ਉੱਪਰ ਖਾਲੀ ਥਾਵਾਂ 'ਚ ਭਰਨੇ ਹੁੰਦੇ ਆ। ਪਹਿਲਾ ਜਿਹੜਾ ਵਾਕ ਹੈ ਊੜਾ ਨੰਬਰ, ਉਸ ਨੂੰ ਪੜ੍ਹਦੇ ਹਾਂ। ਸਿਮਰਨ ਵੀ ਪਾਪਾ ਦੇ ਨੇੜੇ ਬੈਠੀ ਡਰਾਇੰਗ ਬੁੱਕ 'ਤੇ ਵਾਹ ਰਹੀ ਸੀ। ਕੀ ਵਾਹ ਰਹੀ ਸੀ? ਤਸਵੀਰਾਂ। ਕੀ ਵਾਹ ਰਹੀ ਸੀ? ਤਸਵੀਰਾਂ। ਐੜਾ ਵੇਖੋ, ਐੜਾ ਵਾਕ। ਗੁਰਮੇਲ ਸਿੰਘ ਆਪਣੀ ਧੁਨ ਵਿੱਚ ਤੁਰਦਾ ਜਾ ਰਿਹਾ ਸੀ। ਆਪਣੀ ਧੁਨ ਵਿੱਚ ਕਿਸ ਤਰ੍ਹਾਂ ਤੁਰਿਆ ਜਾ ਰਿਹਾ ਸੀ? ਤੇਜ਼ ਤੇਜ਼। ਠੀਕ ਹੈ, ਤੇਜ਼ ਤੇਜ਼। ਈੜੀ ਵਾਕ ਵੇਖੋ। ਜਸ਼ਨ ਨਹਿਰ ਦੇ ਕਿਨਾਰੇ ਖੜ ਕੇ ਡੈਸ਼ ਵਿੱਚੋਂ ਕੁਛ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਡੈਸ਼ ਜਗ੍ਹਾ ਕੀ ਭਰਾਂਗੇ? ਕੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ? ਸ਼ਾਬਾਸ਼। ਪਾਣੀ ਵਿੱਚੋਂ ਕੁਛ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੱਸਾ ਵਾਕ। ਡੈਸ਼ ਬਦਲਦਿਆਂ ਹੀ ਇਹ ਪੰਛੀ ਵਾਪਸ ਚਲੇ ਜਾਂਦੇ ਹਨ। ਕੀ ਬਦਲਦਿਆਂ? ਰੁੱਤ ਬਦਲਦਿਆਂ। ਠੀਕ ਹੈ, ਇੱਥੇ ਆਏਗਾ ਰੁੱਤ। ਹਾਹਾ ਵਾਕ ਜਿਹੜਾ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਉਹ ਡੈਸ਼ ਨੂੰ ਦੇਖ ਕੇ ਬਹੁਤ ਖੁਸ਼ ਹੋਇਆ। ਉਹ ਕਿਹਨੂੰ ਵੇਖ ਕੇ ਖੁਸ਼ ਹੋਇਆ? ਕਾਵਾਂ ਨੂੰ। ਠੀਕ ਹੈ, ਉਹ ਕਾਵਾਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ। ਪੇਜ ਨੰਬਰ 9 ਉੱਤੇ ਆ ਜਾਓ। 3 ਨੰਬਰ ਪ੍ਰਸ਼ਨ ਹੈ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਜਸ਼ਨ ਨੇ ਆਪਣੇ ਪਿਤਾ ਜੀ ਨੂੰ ਕੀ ਕਿਹਾ? ਇਹਦਾ ਉੱਤਰ ਤੁਸੀਂ ਜਾਣਦੇ ਹੋ ਨਾ, ਸ਼ੁਰੂ ਦੇ ਵਿੱਚ ਜਦੋਂ ਡਰਾਇੰਗ ਰੂਮ 'ਚ ਬੈਠਾ ਸੀ ਜਸ਼ਨ, ਤੇ ਉਸਨੇ ਡਰਾਇੰਗ ਰੂਮ 'ਚ ਚੋਂ ਹੀ ਆਵਾਜ਼ ਦਿੱਤੀ ਸੀ ਕਿ ਪਾਪਾ ਜੀ ਮੈਨੂੰ ਵੀ ਸੈਰ ਕਰਨ ਨਾਲ ਲੈ ਜਾਓ। ਇਹਦਾ ਉੱਤਰ ਕੀ ਲਿਖਾਂਗੇ? ਜਸ਼ਨ ਨੇ ਆਪਣੇ ਪਿਤਾ ਜੀ ਨੂੰ ਆਪਣੇ ਨਾਲ ਸੈਰ ਕਰਨ ਲਈ ਲੈ ਕੇ ਜਾਣ ਲਈ ਕਿਹਾ। ਦੁਬਾਰਾ ਬੋਲਦਾ। ਜਸ਼ਨ ਨੇ ਆਪਣੇ ਪਿਤਾ ਜੀ ਨੂੰ ਸੈਰ ਕਰਨ ਲਈ ਆਪਣੇ ਨਾਲ ਲੈ ਜਾਣ ਲਈ ਕਿਹਾ। ਪ੍ਰਸ਼ਨ ਨੰਬਰ 2, ਜਸ਼ਨ ਨੇ ਸੈਰ ਦਾ ਆਨੰਦ ਕਿਵੇਂ ਮਾਣਿਆ? ਤੁਹਾਨੂੰ ਪਤਾ ਨਾ ਜਸ਼ਨ ਨੇ ਸੈਰ ਦਾ ਆਨੰਦ ਕਿਵੇਂ ਮਾਣਿਆ ਸੀਗਾ? ਕਿੱਦਾਂ ਮਾਣਿਆ ਸੀ ਆਨੰਦ? ਸੋਚੋ। ਸਭ ਤੋਂ ਪਹਿਲਾਂ ਉਹ ਨਦੀ ਦੇ ਨਾਲ ਨਾਲ ਤੁਰਿਆ ਜਾ ਰਿਹਾ ਸੀਗਾ। ਠੀਕ ਹੈ ਨਾ, ਫਿਰ ਉਹ ਲਹਿਲਹਾਉਂਦੀਆਂ ਫਸਲਾਂ ਨੂੰ ਵੇਖਦਾ ਜਾ ਰਿਹਾ ਸੀ। ਫਿਰ ਸਰੋਂ ਅਤੇ ਫੁੱਲਾਂ 'ਤੇ ਜਿਹੜੀਆਂ ਤਿਤਲੀਆਂ ਮੰਡਲਾਉਂਦੀਆਂ ਸਨ ਉਹਨਾਂ ਨੂੰ ਵੇਖ ਰਿਹਾ ਸੀ, ਅਤੇ ਕਦੇ ਜਿਹੜੇ ਆ ਤਾਰਾਂ 'ਤੇ ਬੈਠੇ ਪੰਛੀ ਆ ਉਹਨਾਂ ਨੂੰ ਵੇਖ ਕੇ ਖੁਸ਼ ਹੋ ਰਿਹਾ ਸੀ। ਠੀਕ ਹੈ, ਅਤੇ ਇਸ ਤਰ੍ਹਾਂ ਆਪਾਂ ਲਿਖ ਸਕਦੇ ਹਾਂ ਕਿ ਉਹ ਇਸ ਤਰ੍ਹਾਂ ਖੁਸ਼ੀ ਮਨਾ ਕੇ ਸੈਰ ਕਰ ਰਿਹਾ ਸੀ। ਆਪਾਂ ਲਿਖਾਂਗੇ ਕਿਸ ਤਰ੍ਹਾਂ ਇਸ ਨੂੰ? ਲਿਖੋ। ਜਸ਼ਨ ਨਦੀ ਦੇ ਕਿਨਾਰੇ ਫਸਲਾਂ ਨੂੰ ਵੇਖ ਕੇ ਸਰੋਂ ਦੇ ਫੁੱਲਾਂ 'ਤੇ ਮੰਡਲਾਉਂਦੀਆਂ ਤਿਤਲੀਆਂ ਨੂੰ ਵੇਖ ਕੇ ਅਤੇ ਪੰਛੀਆਂ ਨੂੰ ਦੇਖ ਕੇ ਆਨੰਦ ਮਾਣ ਰਿਹਾ ਸੀ।
ਤੁਸੀਂ ਇਹ ਪ੍ਰਸ਼ਨ ਦੁਬਾਰਾ ਵੀ ਸੁਣ ਸਕਦੇ ਹੋ, ਬੈਕ ਕਰਕੇ ਵੀਡੀਓ ਦੁਬਾਰਾ ਵੀ ਦੇਖ ਸਕਦੇ ਹੋ ਅਗਰ ਭੁਲੇਖਾ ਪਵੇ, ਮੁਸ਼ਕਲ ਆਵੇ। 3 ਨੰਬਰ ਪ੍ਰਸ਼ਨ ਦੀ ਗੱਲ ਕਰਦੇ ਹਾਂ। ਪ੍ਰਵਾਸੀ ਪੰਛੀ ਕਿਹਨਾਂ ਨੂੰ ਆਖਦੇ ਹਨ? ਤੇ ਬੇਟਾ ਪ੍ਰਵਾਸੀ ਪੰਛੀ ਉਹ ਹੁੰਦੇ ਨਾ, ਜਿਸ ਤਰ੍ਹਾਂ ਜਸ਼ਨ ਨੇ ਪੁੱਛਿਆ ਸੀ ਕਿ ਸਾਡੇ ਮੈਡਮ ਨੇ ਦੱਸਿਆ ਸਾਨੂੰ ਕਿ ਸਾਡੇ ਮੈਡਮ ਜੀ ਸਾਨੂੰ ਕਹਿੰਦੇ ਸਨ ਕਿ ਜਿਹੜੇ ਪੰਛੀ ਦੂਸਰੇ ਦੇਸ਼ਾਂ ਤੋਂ ਸਾਡੇ ਦੇਸ਼ 'ਚ ਆਉਂਦੇ ਆ ਉਹਨਾਂ ਨੂੰ ਪ੍ਰਵਾਸੀ ਪੰਛੀ ਕਹਿੰਦੇ ਆ। ਸੋ ਆਪਾਂ ਇੱਥੇ ਲਿਖ ਸਕਦੇ ਹਾਂ, ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਣ ਵਾਲੇ ਪੰਛੀਆਂ ਨੂੰ ਪ੍ਰਵਾਸੀ ਪੰਛੀ ਆਖਦੇ ਹਨ। ਜਾਂ ਇਹ ਵੀ ਲਿਖ ਸਕਦੇ ਹਾਂ, ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਣ ਵਾਲੇ ਪੰਛੀਆਂ ਨੂੰ ਪ੍ਰਵਾਸੀ ਪੰਛੀ ਕਹਿੰਦੇ ਹਨ ਜਾਂ ਆਖਦੇ ਹਨ। 7ਵਾਂ ਪ੍ਰਸ਼ਨ, ਜ਼ਮੀਨ ਕਿਉਂ ਘਟਦੀ ਜਾ ਰਹੀ ਹੈ? ਇਹਦਾ ਉੱਤਰ ਕੀ ਬਣੇਗਾ? ਆਪਾਂ ਦੇਖਿਆ ਸੀ ਨਾ ਪਾਠ ਦੇ ਅਖੀਰ ਦੇ ਵਿੱਚ, ਜਦੋਂ ਉਸਨੇ ਪੁੱਛਿਆ ਸੀ ਕਿ ਉਸਦੀ ਦਾਦੀ ਅੰਮਾ ਕਹਿ ਰਹੀ ਹੈ ਕਿ ਜ਼ਮੀਨਾਂ ਤਾਂ ਘਟਦੀਆਂ ਜਾ ਰਹੀਆਂ, ਲੋਕ ਵੇਚਦੇ ਜਾ ਰਹੇ ਜ਼ਮੀਨਾਂ ਨੂੰ, ਜ਼ਮੀਨ ਸਾਡੀ ਮਾਂ ਹੁੰਦੀ ਹੈ, ਸਾਨੂੰ ਵੇਚਣੀ ਨਹੀਂ ਚਾਹੀਦੀ। ਸੋ ਆਪਾਂ ਇੱਥੇ ਉੱਤਰ ਲਿਖਾਂਗੇ, ਜ਼ਮੀਨਾਂ ਉੱਪਰ ਲਗਾਤਾਰ ਬਣਦੇ ਫਲੈਟਾਂ ਕਾਰਨ ਜ਼ਮੀਨ ਘਟਦੀ ਜਾ ਰਹੀ ਹੈ। ਜ਼ਮੀਨ ਉੱਪਰ ਲਗਾਤਾਰ ਬਣਦੇ ਜਾ ਰਹੇ ਫਲੈਟਾਂ ਕਾਰਨ ਜਾਂ ਉਸਾਰੀਆਂ ਕਾਰਨ, ਕੁਝ ਵੀ ਲਿਖ ਸਕਦੇ ਹੋ, ਫਲੈਟਾਂ ਜਾਂ ਉਸਾਰੀਆਂ ਕਾਰਨ ਜ਼ਮੀਨ ਘਟਦੀ ਜਾ ਰਹੀ ਹੈ। ਚੌਥਾ ਪ੍ਰਸ਼ਨ ਵੇਖੋ ਥੱਲੇ, ਸ਼ੁੱਧ ਕਰਕੇ ਲਿਖੋ। ਤਿਤਲਿਆਂ ਲਿਖਿਆ ਨਾ, ਹੁੰਦਾ ਕੀ ਹੈ? ਤਿਤਲੀਆਂ, ਤਿਤਲਿਆਂ ਨਹੀਂ ਹੈ, ਲੱਲੇ ਨੂੰ ਬਿਹਾਰੀ ਪੈਣੀ ਹੈ ਤੇ ਇਹ ਸ਼ਬਦ ਠੀਕ ਹੋ ਜਾਏਗਾ, ਤਿਤਲੀਆਂ। ਅੱਗੇ ਹੈ ਸਰੋਂ। ਸਰੋਂ ਕਿਸ ਤਰ੍ਹਾਂ ਲਿਖੀਦਾ ਹੈ? ਇਹਦੇ ਵਿੱਚ ਬੱਚਿਓ ਲਿਖਿਆ ਤੇ ਸਹੀ ਹੈ, ਪਰ ਥੋੜ੍ਹੀ ਜਿਹੀ ਗਲਤੀ ਹੈ। ਸਰੋਂ ਦੇ ਵਿੱਚ ਪੈਰ ਦੇ ਵਿੱਚ ਹਾਹਾ ਪੈਂਦਾ, ਰਾਰੇ ਦੇ ਪੈਰ 'ਚ ਹਾਹਾ ਪੈਂਦਾ ਹੈ, ਸਰੋਂ ਹੁੰਦਾ ਹੈ, ਸਰੋਂ, ਠੀਕ ਹੈ। ਸਰੋਂ ਨਹੀਂ ਹੁੰਦਾ, ਸਰੋਂ ਹੁੰਦਾ, ਠੀਕ ਹੈ, ਸਰੋਂ, ਠੀਕ ਹੈ। ਹਾਹਾ ਪੈਣਾ ਪੈਰ 'ਚ ਰਾਰੇ ਦੇ, ਠੀਕ ਹੈ। ਅੱਗੇ ਤੀਸਰਾ ਹੈ ਖੁਸ਼। ਕਿਸ ਤਰ੍ਹਾਂ ਹੁੰਦਾ ਖੁਸ਼? ਖੁਸ਼ ਦੇ ਵਿੱਚ ਬੱਚਿਓ ਖੱਖੇ ਦੇ ਪੈਰ 'ਚ ਬਿੰਦੀ ਪੈਂਦੀ ਹੈ ਖੱਬੇ ਪਾਸੇ, ਬਾਕੀ ਉਹੀ ਰਹਿਣਾ ਹੈ ਖੁਸ਼, ਠੀਕ ਹੈ ਨਾ। ਜਿਹੜੇ ਬਿੰਦੀ ਵਾਲੇ ਸ਼ਬਦ ਹੈ ਨਾ, ਉਹਦੇ ਵਿੱਚ ਖੱਖਾ ਵੀ ਬਿੰਦੀ ਵਾਲਾ ਹੁੰਦਾ ਹੈ, ਤੁਹਾਨੂੰ ਪਤਾ ਹੀ ਹੈ, ਠੀਕ ਹੈ। 35 ਦੇ ਵਿੱਚ ਆਪਾਂ ਪੜ੍ਹਿਆ ਸਾਰਿਆਂ ਨੇ, ਉਹ ਖੱਖੇ ਦੇ ਪੈਰ 'ਚ ਬਿੰਦੀ ਹੈ ਖੱਬੇ ਪਾਸੇ ਤੇ ਖੁਸ਼ ਇਸੇ ਤਰ੍ਹਾਂ ਹੀ ਬਣ ਜਾਣਾ। ਇਸ ਤੋਂ ਅਗਲਾ ਪੇਜ ਕੱਢੋ, ਪੇਜ ਨੰਬਰ 10। ਇਹਦੇ ਵਿੱਚ ਬੱਚਿਓ ਆਪਾਂ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤਣਾ ਹੈ। ਅਖਬਾਰ, ਠੀਕ ਹੈ। ਹੁਣ ਤੁਸੀਂ ਬਿਲਕੁਲ ਘਰਾਂ ਦੇ ਵਿੱਚ ਫ੍ਰੀ ਹੋ, ਕਿਤੇ ਬਾਹਰ ਨਹੀਂ ਜਾ ਰਹੇ। ਅਗਰ ਤੁਹਾਡੇ ਗੁਆਂਢ 'ਚ ਕੋਈ ਅਖਬਾਰ ਆਉਂਦੀ ਹੈ, ਤੁਹਾਡੇ ਕੋਲ ਅਖਬਾਰ ਆਉਂਦੀ ਹੈ, ਜਾਂ ਤੁਹਾਨੂੰ ਅਖਬਾਰ ਪੜ੍ਹਨ ਨੂੰ ਪੁਰਾਣੀ ਮਿਲਦੀ ਹੈ, ਕੋਈ ਰੱਦੀ 'ਚ ਅਖਬਾਰ ਆ ਜਾਂਦੀ ਹੈ, ਤਾਂ ਇੱਕ ਨੇਮ ਬਣਾ ਲਓ ਕਿ ਕੋਈ ਵੀ ਅਖਬਾਰ ਤੁਹਾਨੂੰ ਮਿਲਦੀ ਹੈ, ਉਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਕੱਪੜੇ ਨਾਲ, ਤਾਂ ਤੁਸੀਂ ਉਹਨੂੰ ਪੜ੍ਹੋ ਜ਼ਰੂਰ, ਠੀਕ ਹੈ। ਅਤੇ ਆਪਾਂ ਵਾਕ ਵੀ ਉਸੇ ਦਾ ਹੀ ਬਣਾਵਾਂਗੇ, ਮੈਂ ਰੋਜ਼ਾਨਾ ਅਖਬਾਰ ਪੜ੍ਹਦਾ ਹਾਂ। ਬੱਚਿਓ ਇਹ ਜਿਹੜੇ ਵਾਕ ਹੈ ਆਪਾਂ ਵਿੱਚੋਂ ਨਹੀਂ ਲਿਖਣੇ, ਜਿਹੜੇ ਪਾਠ ਦੇ ਵਿੱਚ ਵਾਕ ਆਏ ਆ ਉਹਨਾਂ 'ਚੋਂ ਲਿਖਣ ਦੀ ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਉਹ ਪਹਿਲਾਂ ਹੀ ਵਾਕ ਲਿਖੇ ਹੋਏ ਆ। ਆਪਾਂ ਅਭਿਆਸ ਉਹ ਕਰਨਾ ਹੈ ਜਿਹੜੇ ਵਾਕ ਅਸੀਂ ਖੁਦ ਆਪਣੇ ਕੋਲੋਂ ਆਪ ਬਣਾ ਸਕਦੇ ਹਾਂ। ਜਿਸ ਤਰ੍ਹਾਂ ਇੱਕ ਵਾਕ ਦੇ ਵਿੱਚ ਲਿਖਿਆ, ਇੱਕ ਮੈਂ ਬੋਲਤਾ, ਇੱਕ ਤੁਸੀਂ ਆਪਣੇ ਕੋਲੋਂ ਵੀ ਲਿਖ ਸਕਦੇ ਹੋ ਕੋਈ ਵੀ, ਠੀਕ ਹੈ। ਅਖਬਾਰ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਰੋਜ਼ਾਨਾ ਅਖਬਾਰ ਪੜ੍ਹਦਾ ਹਾਂ। ਦੂਸਰਾ ਐੜਾ ਤਸਵੀਰਾਂ, ਜਿਸ ਤਰ੍ਹਾਂ ਉਹਦੇ ਵਿੱਚ ਪਾਠ ਵਿੱਚ ਤਸਵੀਰਾਂ ਵੇਖ ਰਹੀ ਸੀ ਨਾ ਲੜਕੀ, ਠੀਕ ਹੈ। ਇਹਦੇ 'ਚ ਆਪਾਂ ਲਿਖ ਸਕਦੇ ਹਾਂ ਕਿ ਸਾਡੀ ਪੰਜਾਬੀ ਦੀ ਕਿਤਾਬ ਵਿੱਚ ਤਸਵੀਰਾਂ ਬਣੀਆਂ ਹੋਈਆਂ ਹਨ। ਤੀਸਰਾ ਪ੍ਰਵਾਸੀ, ਠੀਕ ਹੈ। ਇਸ ਤਰ੍ਹਾਂ ਪ੍ਰਵਾਸੀ ਪੰਛੀ ਹੁੰਦੇ ਨਾ, ਇਸ ਤਰ੍ਹਾਂ ਪ੍ਰਵਾਸੀ ਜਿਹੜੇ ਆ ਉਹ ਆਦਮੀ ਵੀ ਹੁੰਦੇ ਆ, ਇਨਸਾਨ ਵੀ ਹੁੰਦੇ ਆ, ਜਿਹੜੇ ਇੱਕ ਦੇਸ਼ ਤੋਂ ਦੂਜੀ ਜਗ੍ਹਾ ਜਾਂਦੇ ਆ, ਠੀਕ ਹੈ। ਇੱਥੇ ਆਪਾਂ ਲਿਖ ਸਕਦੇ ਹਾਂ ਕਿ ਸਾਡੇ ਬਹੁਤ ਸਾਰੇ ਭਾਰਤੀ ਪ੍ਰਵਾਸੀ
ਹਨ। ਪ੍ਰਵਾਸੀ ਜਿਹੜੇ ਦੂਜੇ ਦੇਸ਼ ਚਲੇ ਜਾਂਦੇ ਆ ਫਿਰ ਆਪਣੇ ਦੇਸ਼ 'ਚ ਵਾਪਸ ਆ ਜਾਂਦੇ ਆ ਕਦੀ ਕਦੀ, ਜਾਂ ਕਦੀ ਕਦੀ ਉੱਧਰ ਜਾਂਦੇ ਆ ਇੱਧਰ ਵਾਪਸ ਆ ਜਾਂਦੇ ਆ, ਉਹਨਾਂ ਨੂੰ ਪ੍ਰਵਾਸੀ ਕਹਿੰਦੇ। ਪ੍ਰਵਾਸ ਕਰਨ ਵਾਲੇ, ਇੱਧਰ ਉੱਧਰ ਜਾਣ ਵਾਲੇ ਜਿਹੜੇ ਆ। ਸਾਡੇ ਦੇਸ਼ ਦੇ ਬਹੁਤ ਸਾਰੇ ਭਾਰਤੀ ਪ੍ਰਵਾਸੀ ਹਨ, ਇਹ ਵੀ ਵਾਕ ਬਣ ਸਕਦਾ ਹੈ। ਠੀਕ ਹੈ, ਤੁਸੀਂ ਆਪਣੇ ਕੋਲੋਂ ਕੋਈ ਹੋਰ ਵੀ ਬਣਾ ਸਕਦੇ ਹੋ। ਸੱਸਾ ਵਾਕ ਹੈ ਧੜਾ ਧੜ। ਠੀਕ ਹੈ, ਜਿਸ ਤਰ੍ਹਾਂ ਉਹਦੇ 'ਚ ਲਿਖਿਆ ਪਾਠ ਵਿੱਚ, ਜਿਹੜਾ ਆਪਾਂ ਪਾਠ ਦੀ ਅਭਿਆਸ ਕਰ ਰਹੇ ਹਾਂ ਉਹਦੇ 'ਚ ਲਿਖਿਆ ਨੇ ਕਿ ਜ਼ਮੀਨਾਂ ਧੜਾ ਧੜ ਵਿਕ ਰਹੀਆਂ ਹਨ। ਇੱਥੇ ਆਪਾਂ ਲਿਖ ਸਕਦੇ ਹਾਂ ਕਿ ਸਬਜ਼ੀਆਂ ਵੇਚਣ ਵਾਲੇ ਦੀ ਸਬਜ਼ੀ ਧੜਾ ਧੜ ਵਿਕ ਗਈ, ਮਤਲਬ ਬਹੁਤ ਛੇਤੀ ਨਾਲ। ਠੀਕ ਹੈ, ਸਬਜ਼ੀਆਂ ਵਾਲੇ ਦੀ ਸਬਜ਼ੀ ਧੜਾ ਧੜ ਵਿਕ ਰਹੀ ਸੀ ਜਾਂ ਵਿਕ ਰਹੀ ਹੈ, ਕੁਛ ਵੀ ਲਿਖ ਸਕਦੇ ਹੋ। ਹਾਹਾ ਲਾਭ। ਠੀਕ ਹੈ, ਕਿਸੇ ਵੀ ਵਸਤੂ ਨੂੰ ਖਰੀਦਣ 'ਤੇ ਲਾਭ ਹੋ ਸਕਦਾ ਹੈ। ਦੁਬਾਰਾ ਬੋਲਦਾ, ਕਿਸੇ ਵੀ ਵਸਤੂ ਨੂੰ ਖਰੀਦਣ 'ਤੇ ਲਾਭ ਹੁੰਦਾ ਹੈ ਜਾਂ ਹੋ ਸਕਦਾ ਹੈ, ਕੋਈ ਵੀ ਲਿਖ ਸਕਦੇ ਹੋ। ਠੀਕ ਹੈ, ਕਿਉਂਕਿ ਜ਼ਰੂਰੀ ਨਹੀਂ ਕਿ ਲਾਭ ਹੁੰਦਾ ਹੀ ਹੈ ਹਰ ਵਸਤੂ ਨੂੰ ਵੇਚਣ 'ਤੇ। ਠੀਕ ਹੈ, ਸੋ ਥੱਲੇ ਆ ਜਾਓ 6 ਨੰਬਰ ਪ੍ਰਸ਼ਨ ਦੇ ਵਿੱਚ, ਪੇਜ ਨੰਬਰ 10 ਦੀ ਆਪਾਂ ਗੱਲ ਕਰ ਰਹੇ ਹਾਂ ਕਿ ਸਵੇਰ ਦੀ ਸੈਰ ਬਾਰੇ 5 ਵਾਕ ਜਿਹੜੇ ਹੈ ਉਹ ਸੁੰਦਰ ਕਰਕੇ ਤੁਸੀਂ ਲਿਖਣੇ ਆ। ਸਵੇਰ ਦੀ ਸੈਰ ਦੇ ਆਪਾਂ ਲਾਭ ਤੁਹਾਨੂੰ ਜਿਹੜੇ ਆ ਤੀਸਰੀ ਜਮਾਤ ਮੈਂ ਕਰਵਾਏ ਸੀ ਨਾ, ਯਾਦ ਹੈ ਕੁਛ ਤੁਹਾਨੂੰ? ਤੇ ਹਾਂ, ਕੁਛ ਯਾਦ ਹੋਵੇ ਤੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਸਵੇਰ ਦੀ ਸੈਰ ਦੇ 5 ਹੀ ਵਾਕ ਲਿਖਣੇ ਆ ਤੇ 5 ਹੀ ਲਾਭ ਲਿਖਣੇ ਆ ਕਿ ਸਵੇਰ ਦੀ ਸੈਰ ਦੇ 5 ਜਿਹੜੇ ਆ ਉਹ ਲਾਭ ਕਿਹੜੇ ਕਿਹੜੇ ਹੁੰਦੇ ਨੇ। ਠੀਕ ਹੈ, ਤੇ ਉਹ ਸ਼ੁਰੂ ਕਰਦੇ ਆ। ਪਹਿਲਾ ਕੀ ਲਾਭ ਹੈ? ਸਵੇਰ ਦੀ ਸੈਰ ਸਾਨੂੰ ਜਲਦੀ ਉਠਾ ਦਿੰਦੀ ਹੈ। ਪਹਿਲਾ ਲਾਭ ਇਹਦਾ ਇਹੋ ਹੀ ਹੈ, ਕਿਉਂਕਿ ਸਵੇਰ ਦੀ ਸੈਰ ਜਦੋਂ ਅਸੀਂ ਕਰਦੇ ਹਾਂ ਨਾ ਬੱਚੋ ਸਵੇਰੇ, ਸਾਨੂੰ ਆਦਤ ਬਣ ਜਾਂਦੀ ਹੈ ਸਾਡੀ, ਤਾਂ ਅਸੀਂ ਸਵੇਰੇ ਜਲਦੀ ਹੀ ਉੱਠਦੇ ਹਾਂ। ਠੀਕ ਹੈ, ਆਪਾਂ ਵਾਕ ਬਣਾ ਸਕਦੇ ਹਾਂ ਪਹਿਲਾ ਕਿ ਸਵੇਰ ਦੀ ਸੈਰ ਸਾਨੂੰ ਜਲਦੀ ਉਠਾ ਦਿੰਦੀ ਹੈ। ਦੂਸਰਾ, ਸਵੇਰ ਦੀ ਸੈਰ ਸਾਡੀ ਸਿਹਤ ਲਈ ਵਰਦਾਨ ਹੈ। ਸਵੇਰ ਦੀ ਸੈਰ ਸਾਡੀ ਸਿਹਤ ਲਈ ਵਰਦਾਨ ਹੈ। ਤੀਸਰਾ ਵਾਕ, ਸਵੇਰ ਦੀ ਸੈਰ ਨਾਲ ਉਮਰ ਲੰਬੀ ਹੁੰਦੀ ਹੈ। ਬਜ਼ੁਰਗ ਦੱਸਦੇ ਆ ਸਾਡੇ ਕਿ ਸਵੇਰ ਦੀ ਸੈਰ ਕਰੋ ਤੇ ਉਮਰ ਲੰਬੀ ਹੁੰਦੀ ਹੈ। ਪਾਠ ਵਿੱਚ ਵੀ ਤੁਸੀਂ ਪੜ੍ਹਿਆ ਹੋਣਾ ਕਿ ਸਵੇਰ ਦੀ ਸੈਰ ਕਰਨੀ ਬੜੀ ਜ਼ਰੂਰੀ ਹੈ। ਸਵੇਰ ਦੀ ਸੈਰ ਨਾਲ ਉਮਰ ਲੰਬੀ ਹੁੰਦੀ ਹੈ। ਚੌਥਾ ਵਾਕ, ਸਵੇਰ ਦੀ ਸੈਰ ਨਾਲ ਬਿਮਾਰੀਆਂ ਸਾਡੇ ਨੇੜੇ ਨਹੀਂ ਆਉਂਦੀਆਂ। ਸਵੇਰ ਦੀ ਸੈਰ ਨਾਲ ਬਿਮਾਰੀਆਂ ਸਾਡੇ ਨੇੜੇ ਨਹੀਂ ਆਉਂਦੀਆਂ। ਪੰਜਵਾਂ ਵਾਕ, ਸਵੇਰ ਦੀ ਸੈਰ ਕਰਨ ਨਾਲ ਸਾਡਾ ਦਿਮਾਗ ਤੇਜ਼ ਹੁੰਦਾ ਹੈ। ਸਵੇਰ ਦੀ ਸੈਰ ਕਰਨ ਨਾਲ ਸਾਡਾ ਦਿਮਾਗ ਤੇਜ਼ ਚੱਲਦਾ ਹੈ ਜਾਂ ਹੁੰਦਾ ਹੈ, ਤੁਸੀਂ ਲਿਖ ਸਕਦੇ ਹੋ, ਕੋਈ ਪ੍ਰੋਬਲਮ ਨਹੀਂ, ਕੋਈ ਮੁਸ਼ਕਲ ਨਹੀਂ। ਠੀਕ ਹੈ, ਸੋ ਬੱਚੋ ਇਹ ਸੀ ਪਾਠ 1 ਤੇ 2 ਦੇ ਅਭਿਆਸ ਜਿਹੜੇ ਪਿਛਲੇ ਉਹਨਾਂ ਦੀ ਦੁਹਰਾਈ। ਚੰਗੀ ਤਰ੍ਹਾਂ ਤੁਸੀਂ ਦੁਬਾਰਾ ਵੀਡੀਓ ਸੁਣ ਲਿਓ। ਅਗਰ ਕੋਈ ਤੁਹਾਡੇ ਕੋਲ ਛੁੱਟ ਗਿਆ ਪ੍ਰਸ਼ਨ, ਖਾਲੀ ਥਾਂ, ਕੋਈ ਵਾਕ ਸ਼ਬਦ, ਤੁਸੀਂ ਦੁਬਾਰਾ ਸੁਣ ਕੇ ਉਹਨੂੰ ਲਿਖ ਸਕਦੇ ਹੋ, ਅਭਿਆਸ ਕਰ ਸਕਦੇ ਹੋ। ਹੁਣ ਕਿਸੇ ਦਾ ਕੋਈ ਬਹਾਨਾ ਨਹੀਂ ਚੱਲ ਸਕਦਾ ਬੱਚੇ ਦਾ ਕਿ ਮੇਰੇ ਕੋਲ ਕਾਪੀ ਨਹੀਂ ਹੈ, ਮੈਂ ਲਿਖਿਆ ਨਹੀਂ ਸੀ, ਮੇਰੀ ਕਾਪੀ ਇੱਧਰ ਉੱਧਰ ਚਲੀ ਗਈ ਸੀ, ਮੈਂ ਵਾਂਢੇ ਗਿਆ ਸੀ। ਠੀਕ ਹੈ, ਸੋ ਬੱਚਿਓ ਇਹ ਸਾਰਾ ਤੁਸੀਂ ਲਿਖ ਸਕਦੇ ਹੋ। ਇਸ ਤੋਂ ਜਿਹੜਾ ਆਪਾਂ ਮੁੜ ਕੇ ਜਦੋਂ ਪੰਜਾਬੀ ਦੀ ਕਲਾਸ ਲਵਾਂਗੇ, ਉਸ ਪੰਜਾਬੀ ਦੀ ਕਲਾਸ ਦੇ ਵਿੱਚ ਆਪਾਂ ਜਿਹੜੀ ਅਭਿਆਸ ਕਰਾਂਗੇ ਉਹ ਪਾਠ 3 ਬਾਲ ਸੁਖਦੇਵ ਤੇ ਪਾਠ 4 ਹਾਥੀ ਕਵਿਤਾ ਜਿਹੜੀ ਹੈ ਉਹਦਾ ਅਭਿਆਸ ਕਰਾਂਗੇ। ਸੋ ਬੱਚਿਓ ਆਪਣਾ ਖਿਆਲ ਰੱਖਿਓ, ਮਾਸਕ ਪਹਿਨ ਕੇ ਹੀ ਬਾਹਰ ਨਿਕਲਿਓ ਅਗਰ ਜ਼ਰੂਰਤ ਪੈਂਦੀ ਹੈ, ਤੇ ਚੰਗਾ ਖਾਣਾ ਖਾਓ, ਵਧੀਆ ਖਾਣਾ ਖਾਓ, ਖੂਬ ਪਾਣੀ ਪੀਓ। ਬੱਚੇ ਜਿਹੜੇ ਆ ਉਹ ਵੱਡਿਆਂ ਦਾ ਸਤਿਕਾਰ ਕਰਨ, ਇਹ ਬਹੁਤ ਜ਼ਰੂਰੀ ਹੈ। ਸਭ ਨਾਲ ਪਿਆਰ ਕਰਨ, ਇਹ ਵੀ ਬਹੁਤ ਜ਼ਰੂਰੀ ਹੈ। ਠੀਕ ਹੈ ਬੱਚਿਓ, ਸੋ ਬੱਚਿਓ ਫਿਰ ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।